ਨਮਸਕਾਰ। ਆਕਾਸ਼ਵਾਣੀ ਚੰਡੀਗੜ੍ਹ ਤੋਂ ਪ੍ਰਦੇਸ਼ਕ ਖਬਰਾਂ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਬਾਇਓਟੈਕ ਨੇ ਭਾਰਤੀ ਦਵਾ ਮਹਾਨਿਯੰਤਰਕ ਨੂੰ ਕੋਵੈਕਸੀਨ ਟੀਕੇ ਦੇ ਤੀਜੇ ਪੜਾਅ ਦੇ ਪਰੀਖਣ ਦਾ ਡਾਟਾ ਸੌਂਪ ਦਿੱਤੈ। ਕੇਂਦਰ ਸਰਕਾਰ ਨੇ ਆਨਲਾਈਨ ਵਿਕਰੀ ਪਲੇਟਫਾਰਮ ਤੇ ਅਨੁਚਿਤ ਕਾਰੋਬਾਰੀ ਵਿਵਹਾਰ ਨੂੰ ਰੋਕਣ ਅਤੇ ਕਾਰੋਬਾਰ 'ਚ ਪਾਰਦਰਸ਼ਤਾ ਲਿਆਉਣ ਲਈ ਕਾਰੋਬਾਰ ਨਿਯਮਾਂ ਵਿੱਚ ਸੋਧਾਂ ਦੀ ਤਜਵੀਜ਼ ਕੀਤੀ ਐ। ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਿਹਤ ਸੰਸਥਾਨਾਂ 'ਚ ਕੌਮੀ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਹੈਪੇਟਾਈਟਸ ਬੀ ਦਾ ਮੁਫ਼ਤ ਇਲਾਜ ਸ਼ੁਰੂ ਕਰ ਦਿੱਤੈ। ਇਫਕੋ ਨੇ ਖੇਤੀਬਾੜੀ ਲਈ ਇਸਤੇਮਾਲ ਹੋਣ ਵਾਲੀ ਆਮ ਯੂਰੀਆ ਦੀ ਥਾਂ ਤਰਲ ਯੂਰੀਆ ਵਿਕਸਿਤ ਕੀਤੀ ਐ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੱਤਰ ਜਾਰੀ ਕਰਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਤੋਂ ਜੀਰੀ ਲਾਉਣ ਸਬੰਧੀ ਮਤਿਆਂ ਬਾਰੇ ਵਿਸਥਾਰਤ ਰਿਪੋਰਟ ਤਲਬ ਕੀਤੀ ਐ। ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਅਸੀਂ ਆਪਣੇ ਸਾਰੇ ਸਰੋਤਿਆਂ ਨੂੰ ਅਪੀਲ ਕਰਦੇ ਹਾਂ ਕਿ ਲਾਪਰਵਾਹੀ ਨਾ ਵਰਤੋ, ਸਾਰੇ ਜ਼ਰੂਰੀ ਉਪਾਵਾਂ ਦੀ ਪਾਲਣਾ ਕਰੋ ਅਤੇ 44 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕ ਜਿਨ੍ਹਾਂ ਨੇ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਲਗਵਾ ਲਿਆ, ਸਹੀ ਸਮੇਂ ਤੇ ਦੂਜਾ ਟੀਕਾ ਲਗਵਾਓ। ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਦੇ ਸੰਕਰਮਣ, ਇਲਾਜ ਅਤੇ ਸਾਵਧਾਨੀਆਂ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਲੈਣ ਵਾਸਤੇ ਕੌਮੀ ਅਤੇ ਰਾਜ ਪੱਧਰ ਤੇ ਹੈਲਪਲਾਈਨ ਸੇਵਾ ਸ਼ੁਰੂ ਕੀਤੀ ਐ। ਕੌਮੀ ਹੈਲਪਲਾਈਨ ਦਾ ਨੰਬਰ ਹੈ 0112397804 ਅਤੇ 1075। ਪੰਜਾਬ ਦੇ ਹੈਲਪਲਾਈਨ ਨੰਬਰ 104 ਅਤੇ ਚੰਡੀਗੜ੍ਹ ਦੇ ਨੰਬਰ 9779558282 ਤੇ ਸੰਪਰਕ ਕੀਤਾ ਜਾ ਸਕਦਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਬਾਇਓਟੈਕ ਨੇ ਭਾਰਤੀ ਦਵਾ ਮਹਾਨਿਯੰਤਰਕ ਨੂੰ ਕੋਵੈਕਸੀਨ ਟੀਕੇ ਦੇ ਤੀਜੇ ਪੜਾਅ ਦੇ ਪਰੀਖਣ ਦਾ ਡਾਟਾ ਸੌਂਪ ਦਿੱਤੈ। ਕੋਵੈਕਸੀਨ ਕੋਵਿਡ-19 ਖਿਲਾਫ਼ ਰਾਸ਼ਟਰ ਵਿਆਪੀ ਟੀਕਾਕਰਨ ਮੁਹਿੰਮ 'ਚ ਇਸਤੇਮਾਲ ਕੀਤੀਆਂ ਜਾ ਰਹੀਆਂ 3 ਵੈਕਸੀਨ ਵਿੱਚੋਂ ਇੱਕ ਐ। ਕੋਵੈਕਸੀਨ ਨੂੰ ਕੋਵੀਸ਼ੀਲਡ ਦੇ ਨਾਲ ਹੀ ਜਨਵਰੀ 'ਚ ਭਾਰਤੀ ਦਵਾ ਮਹਾਨਿਯੰਤਰਕ ਵੱਲੋਂ ਹੰਗਾਮੀ ਇਸਤੇਮਾਲ ਲਈ ਮਨਜ਼ੂਰੀ ਦਿੱਤੀ ਗਈ ਸੀ। ਤੀਜੀ ਵੈਕਸੀਨ ਰੂਸ ਦੀ ਸਪੁਤਨਿਕ V ਨੂੰ ਵੀ ਅਪ੍ਰੈਲ ਮਹੀਨੇ ਹੰਗਾਮੀ ਇਸਤੇਮਾਲ ਲਈ ਪ੍ਰਵਾਨਗੀ ਦਿੱਤੀ ਗਈ। ਭਾਰਤ ਵਿੱਚ ਟੀਕਾਕਰਨ ਬਾਰੇ ਕੌਮੀ ਤਕਨੀਕੀ ਸਲਾਹਕਾਰ ਸਮੂਹ ਦੇ ਚੇਅਰਪਰਸਨ ਡਾ. N.K. ਅਰੋੜਾ ਨੇ ਕਿਹਾ ਕਿ ਦੇਸ਼ ਦੀ ਇੱਕ ਦਿਨ ਵਿੱਚ 1 ਕਰੋੜ 25 ਲੱਖ ਟੀਕੇ ਲਾਉਣ ਦੀ ਸਮਰੱਥਾ ਹੈ। ਉਨਾਂ ਕਿਹਾ ਕਿ ਕੱਲ੍ਹ ਕੋਵਿਡ ਵੈਕਸੀਨ ਦੇ ਰਿਕਾਰਡ ਗਿਣਤੀ 'ਚ ਲਾਏ ਗਏ ਟੀਕੇ ਇੱਕ ਮਹੱਤਵਪੂਰਨ ਉਪਲਬਧੀ ਨੇ। ਡਾ. ਅਰੋੜਾ ਨੇ ਕਿਹਾ ਕਿ ਹਰ ਰੋਜ਼ ਘੱਟੋ ਘੱਟ 1 ਕਰੋੜ ਲੋਕਾਂ ਦੇ ਟੀਕੇ ਲਾਉਣ ਦਾ ਟੀਚਾ ਮਿਥਿਆ ਗਿਐ। ਉਨਾਂ ਕਿਹਾ ਕਿ ਇਹ ਟੀਚਾ ਪ੍ਰਾਈਵੇਟ ਖੇਤਰ ਦੇ ਬਿਹਤਰ ਸਹਿਯੋਗ ਨਾਲ ਹਾਸਲ ਕੀਤਾ ਜਾ ਸਕਦਾ ਹੈ ਅਤੇ ਕੱਲ੍ਹ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਲਾਗੂ ਹੋਣ ਮਗਰੋਂ ਇਹ ਗੱਲ ਸਾਬਤ ਹੋ ਗਈ ਹੈ। ਉਨਾਂ ਨੇ ਟੀਕਾਕਰਨ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਬਚਣ ਲਈ ਲੋਕਾਂ ਦੀ ਹਿੱਸੇਦਾਰੀ ਅਤੇ ਉਨਾਂ ਨੂੰ ਜਾਗਰੂਕ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ। ਚੇਅਰਪਰਸਨ ਨੇ ਭਰੋਸਾ ਦਿਵਾਇਆ ਕਿ ਟੀਕਿਆਂ ਦੀ ਉਪਲਬਧਤਾ ਸਬੰਧੀ ਕੋਈ ਵੀ ਸਮੱਸਿਆ ਨਹੀਂ ਹੈ। ਕੋਵੀਸ਼ੀਲਡ ਵੈਕਸੀਨ ਦੀਆਂ ਖੁਰਾਕਾਂ ਵਿਚਲੇ ਵਕਫੇ ਬਾਰੇ ਡਾ. ਅਰੋੜਾ ਨੇ ਕਿਹਾ ਕਿ ਇਸ ਵਕਫੇ ਵਿੱਚ ਤਬਦੀਲੀ ਕਰਨ ਦੀ ਕੋਈ ਜ਼ਰੂਰਤ ਮਹਿਸੂਸ ਨਹੀਂ ਹੋਈ। ਉਨਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੂੰ ਵੈਕਸੀਨ ਦੀ ਹਰੇਕ ਖੁਰਾਕ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦੈ। ਕੇਂਦਰ ਸਰਕਾਰ ਨੇ ਆਨਲਾਈਨ ਮਾਰਕੀਟਿੰਗ ਪਲੇਟਫਾਰਮ 'ਚ ਅਨੁਚਿਤ ਕਾਰੋਬਾਰੀ ਵਿਵਹਾਰ ਨੂੰ ਰੋਕਣ ਅਤੇ ਕਾਰੋਬਾਰ 'ਚ ਪਾਰਦਰਸ਼ਤਾ ਲਿਆਉਣ ਲਈ ਕਾਰੋਬਾਰ ਨਿਯਮਾਂ ਵਿੱਚ ਕਈ ਸੋਧਾਂ ਕਰਨ ਦੀ ਤਜਵੀਜ਼ ਕੀਤੀ ਐ। ਸਰਕਾਰ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਅਤੇ ਵਪਾਰ 'ਚ ਨਿਰਪੱਖ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨ ਲਈ ਖਪਤਕਾਰ ਸੁਰੱਖਿਆ ਨਿਯਮ 2020 'ਚ ਤਜਵੀਜ਼ਸ਼ੁਦਾ ਤਰਮੀਮਾਂ ਦਾ ਖਰੜਾ ਸਾਂਝਾ ਕਰ ਰਹੀ ਐ। ਤਜਵੀਜ਼ ਕੀਤੇ ਗਏ ਨਿਯਮਾਂ ਮੁਤਾਬਕ ਕਾਮਰਸ ਪਲੇਟਫਾਰਮ ਨੂੰ ਕਾਨੂੰਨ ਅਤੇ ਨਿਯਮਾਂ ਦੇ ਪ੍ਰਬੰਧਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਇੱਕ ਮੁੱਖ ਪਾਲਣਾ ਅਧਿਕਾਰੀ, ਨੋਡਲ ਅਧਿਕਾਰੀ, ਸਥਾਨਕ ਸ਼ਿਕਾਇਤ ਅਧਿਕਾਰੀ ਅਤੇ ਹੋਰਨਾਂ ਅਧਿਕਾਰੀਆਂ ਨੂੰ ਨਿਯੁਕਤ ਕਰਨਾ ਹੋਵੇਗਾ। ਰਜਿਸਟ੍ਰੇਸ਼ਨ ਨੰਬਰ ਵੰਡਣ ਲਈ ਉਦਯੋਗ ਤੇ ਅੰਦਰੂਨੀ ਵਪਾਰ ਦੀ ਤਰੱਕੀ ਬਾਰੇ ਮਹਿਕਮੇ ਨਾਲ ਹਰ ਕਾਮਰਸ ਇਕਾਈ ਦੀ ਰਜਿਸਟ੍ਰੇਸ਼ਨ ਵਾਸਤੇ ਇੱਕ ਰੂਪਰੇਖਾ ਦੀ ਤਜਵੀਜ਼ ਵੀ ਕੀਤੀ ਗਈ ਹੈ। ਇਹ ਰਜਿਸਟ੍ਰੇਸ਼ਨ ਨੰਬਰ ਮੁੱਖ ਰੂਪ ਨਾਲ ਵੈਬਸਾਈਟ ਅਤੇ ਹਰੇਕ ਆਰਡਰ ਦੇ ਬਿੱਲ ਨਾਲ ਦਰਸਾਇਆ ਜਾਏਗਾ। ਸਰਕਾਰ ਨੇ ਕੰਪਨੀਆਂ ਵੱਲੋਂ ਗਲਤ ਜਾਣਕਾਰੀ ਦਰਸਾ ਕੇ ਵਸਤਾਂ ਵੇਚਣ ਅਤੇ ਸੇਵਾਵਾਂ ਦੇਣ ਤੇ ਪਾਬੰਦੀ ਲਾਉਣ ਦੀ ਤਜਵੀਜ਼ ਵੀ ਕੀਤੀ ਹੈ। ਸਾਰੇ ਵਿਕਰੇਤਾਵਾਂ ਲਈ ਉਤਪਾਦਾਂ ਦੇ ਤੇ ਇਹਨਾਂ ਨੂੰ ਬਣਾਏ ਜਾਣ ਅਤੇ ਮਿਆਦ ਪੂਰੀ ਹੋਣ ਦੀ ਆਖਰੀ ਤਰੀਕ ਦਰਸਾਉਣਾ ਲਾਜ਼ਮੀ ਹੋਵੇਗਾ ਤਾਂ ਜੋ ਖਪਤਕਾਰ ਕਾਰੋਬਾਰ ਪਲੇਟਫਾਰਮਾਂ ਤੇ ਖਰੀਦੇ ਜਾ ਰਹੇ ਉਤਪਾਦਾਂ ਬਾਰੇ ਇਸ ਸਬੰਧੀ ਜਾਗਰੂਕ ਹੋ ਸਕਣ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਰਵਾਇਤੀ ਕਾਮਰਸ ਦੀ ਜ਼ਿਆਦਾ ਛੋਟ ਦੇ ਨਾਲ ਸੀਮਿਤ ਸਮੇਂ ਲਈ ਵਿਕਰੀ ਯਾਨੀ ਫਲੈਸ਼ ਸੇਲ ਤੇ ਰੋਕ ਨਹੀਂ ਲਾਈ ਗਈ। ਕੇਂਦਰ ਸਰਕਾਰ ਨੇ ਇਨ੍ਹਾਂ ਤਰਮੀਮਾਂ ਬਾਰੇ 6 ਜੁਲਾਈ ਤੱਕ ਵਿਚਾਰ ਅਤੇ ਸੁਝਾਅ ਮੰਗੇ ਨੇ। ਪ੍ਰਦੇਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਰਹੇ ਹੋ। ਬਾਕੀ ਖਬਰਾਂ ਇਸ ਵਕਫੇ ਤੋਂ ਬਾਅਦ। ਰਾਸ਼ਟਰੀ ਪੋਲੀਓ ਚੱਕਰ 27 ਜੂਨ 2021। ਸਤਿ ਸ੍ਰੀ ਅਕਾਲ। ਭਾਰਤ ਦੀ ਪੋਲੀਓ ਤੋਂ ਜਿੱਤ ਦੀ ਕਹਾਣੀ ਵੱਡੇ ਵੱਡੇ ਸ਼ਬਦਾਂ 'ਚ ਲਿਖੀ ਜਾਵੇਗੀ, ਪਰ ਇਸ ਜਿੱਤੀ ਹੋਈ ਲੜਾਈ ਨੂੰ ਬਣਾਏ ਰੱਖਣ ਲਈ ਸਾਨੂੰ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਪਏਗਾ ਜਦ ਤੱਕ ਦੁਨੀਆ ਤੋਂ ਪੋਲੀਓ ਦਾ ਖਤਰਾ ਸੰਪੂਰਨ ਰੂਪ ਤੋਂ ਟਲ ਨਾ ਜਾਵੇ। ਖਤਰਾ ਹੈ ਬਰਕਰਾਰ, ਇਸ ਲਈ ਪੋਲੀਓ ਦੀ ਖੁਰਾਕ ਪਿਆਣੀ ਹੈ ਹਰ ਵਾਰ, 2 ਬੂੰਦਾਂ ਹਰ ਵਾਰ। ਪੋਲੀਓ ਤੇ ਜਿੱਤ ਰਵੇ ਬਰਕਰਾਰ। ਜੰਮਣ ਤੋਂ ਲੈ ਕੇ 5 ਵਰਿਆਂ ਤੱਕ ਪੋਲੀਓ ਦੀ ਖੁਰਾਕ ਪਿਆਣਾ ਹਰ ਵਾਰ। ਭਾਰਤ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਜਾਰੀ।
ਰਾਸ਼ਟਰੀ ਪੋਲੀਓ ਚੱਕਰ 27 ਜੂਨ 2021। ਸਤਿ ਸ੍ਰੀ ਅਕਾਲ। ਭਾਰਤ ਦੀ ਪੋਲੀਓ ਤੋਂ ਜਿੱਤ ਦੀ ਕਹਾਣੀ ਵੱਡੇ ਵੱਡੇ ਸ਼ਬਦਾਂ 'ਚ ਲਿਖੀ ਜਾਵੇਗੀ, ਪਰ ਇਸ ਜਿੱਤੀ ਹੋਈ ਲੜਾਈ ਨੂੰ ਬਣਾਏ ਰੱਖਣ ਲਈ ਸਾਨੂੰ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਪਏਗਾ ਜਦ ਤੱਕ ਦੁਨੀਆ ਤੋਂ ਪੋਲੀਓ ਦਾ ਖਤਰਾ ਸੰਪੂਰਨ ਰੂਪ ਤੋਂ ਟਲ ਨਾ ਜਾਵੇ। ਖਤਰਾ ਹੈ ਬਰਕਰਾਰ, ਇਸ ਲਈ ਪੋਲੀਓ ਦੀ ਖੁਰਾਕ ਪਿਆਣੀ ਹੈ ਹਰ ਵਾਰ, 2 ਬੂੰਦਾਂ ਹਰ ਵਾਰ। ਪੋਲੀਓ ਤੇ ਜਿੱਤ ਰਵੇ ਬਰਕਰਾਰ। ਜੰਮਣ ਤੋਂ ਲੈ ਕੇ 5 ਵਰਿਆਂ ਤੱਕ ਪੋਲੀਓ ਦੀ ਖੁਰਾਕ ਪਿਆਣਾ ਹਰ ਵਾਰ। ਭਾਰਤ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਜਾਰੀ। ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਿਹਤ ਸੰਸਥਾਨਾਂ ਵਿੱਚ ਕੌਮੀ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਹੈਪੇਟਾਈਟਸ B ਦਾ ਮੁਫਤ ਇਲਾਜ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮੋਹਾਲੀ ਦੇ ਸਿਵਲ ਹਸਪਤਾਲ ਤੋਂ ਇਸ ਦੀ ਸ਼ੁਰੂਆਤ ਕੀਤੀ। ਹੈਪੇਟਾਈਟਸ B ਦੇ ਮਰੀਜ਼ਾਂ ਦੇ ਇਲਾਜ ਤੋਂ ਪਹਿਲਾਂ ਜਾਂਚ ਵੀ ਮੁਫਤ ਹੋਵੇਗੀ। PGI ਚੰਡੀਗੜ੍ਹ ਹੈਪੇਟਾਈਟਸ B ਦੇ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕਰਨ ਵਾਲੇ ਡਾਕਟਰਾਂ ਅਤੇ ਹੋਰ ਕਰਮਚਾਰੀਆਂ ਨੂੰ ਸਿਖਲਾਈ ਦੇਵੇਗਾ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਸਮਝੌਤੇ ਮੁਤਾਬਕ ਗੁਰੂਗ੍ਰਾਮ ਦੀ ਔਨਕੁਐਸਟ ਨਾਂ ਦੀ ਨਿੱਜੀ ਲੈਬ ਜਾਂਚ ਦੀ ਸਹੂਲਤ ਮੁਹੱਈਆ ਕਰਾਏਗੀ ਅਤੇ ਜਾਂਚ ਮਗਰੋਂ 3 ਦਿਨਾਂ ਦੇ ਅੰਦਰ ਅੰਦਰ ਜਾਂਚ ਦਾ ਨਤੀਜਾ ਮੁਹੱਈਆ ਕਰਾਉਣਾ ਜ਼ਰੂਰੀ ਹੋਏਗਾ। ਉਨ੍ਹਾਂ ਕਿਹਾ ਕਿ ਹਰੇਕ ਜਾਂਚ ਦੀ ਲਾਗਤ 851 ਰੁਪਏ ਹੋਵੇਗੀ, ਜੋ ਪੰਜਾਬ ਸਰਕਾਰ ਵੱਲੋਂ ਅਦਾ ਕੀਤੀ ਜਾਏਗੀ ਅਤੇ PGI ਚੰਡੀਗੜ੍ਹ ਗੰਭੀਰ ਮਰੀਜ਼ਾਂ ਦੇ ਮਾਮਲਿਆਂ ਵਿੱਚ ਮਦਦ ਮੁਹੱਈਆ ਕਰਾਏਗਾ। ਇਫਕੋ ਨੇ ਖੇਤੀਬਾੜੀ ਲਈ ਇਸਤੇਮਾਲ ਹੋਣ ਵਾਲੀ ਆਮ ਯੂਰੀਆ ਦੀ ਥਾਂ ਤਰਲ ਯੂਰੀਆ ਵਿਕਸਿਤ ਕੀਤੀ ਹੈ, ਜਿਸ ਨੂੰ ਨੈਨੋ ਯੂਰੀਆ ਦਾ ਨਾਂ ਦਿੱਤਾ ਗਿਆ ਹੈ। ਨੈਨੋ ਯੂਰੀਆ ਦਾ ਉਤਪਾਦਨ ਇਸੇ ਮਹੀਨੇ ਵਿੱਚ ਸ਼ੁਰੂ ਹੋ ਜਾਏਗਾ ਅਤੇ ਇਹ ਕਿਸਾਨਾਂ ਨੂੰ ਹੁਣ 45 ਕਿਲੋਗ੍ਰਾਮ ਦੇ ਗੱਟਿਆਂ ਦੀ ਬਜਾਏ 500 ਮਿਲੀਲੀਟਰ ਦੀ ਸ਼ੀਸ਼ੀ 'ਚ ਉਪਲਬਧ ਹੋਵੇਗੀ। ਬਾਗਵਾਨੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਮਰ ਸਿੰਘ ਨੇ ਕਿਹਾ ਕਿ ਇਸ ਨਾਲ ਯੂਰੀਆ ਦੀ ਕੀਮਤ ਵਿੱਚ ਕਾਫੀ ਕਮੀ ਆਵੇਗੀ ਅਤੇ ਨਾਲ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਜ਼ਮੀਨ ਹੇਠਲੇ ਪਾਣੀ ਨੂੰ ਹੋਣ ਵਾਲੇ ਨੁਕਸਾਨ ਨੂੰ ਵੀ ਰੋਕਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਵੇਲੇ ਜੋ ਯੂਰੀਆ ਖੇਤਾਂ 'ਚ ਵਰਤੀ ਜਾਂਦੀ ਹੈ, ਉਹ ਪਾਣੀ 'ਚ ਘੁਲ ਕੇ ਜ਼ਮੀਨ 'ਚ ਜਾਂਦੀ ਹੈ, ਜਿਸ ਕਾਰਨ ਉਪਜਾਊ ਸ਼ਕਤੀ ਪ੍ਰਭਾਵਿਤ ਹੁੰਦੀ ਹੈ ਅਤੇ ਜ਼ਮੀਨ ਹੇਠਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਤਾਂ 'ਚ ਪਾਈ ਜਾਣ ਵਾਲੀ ਯੂਰੀਆ ਨੂੰ ਬੂਟਾ ਸਿਰਫ 30% ਤੱਕ ਹੀ ਇਸਤੇਮਾਲ ਕਰ ਪਾਉਂਦਾ ਹੈ, ਬਾਕੀ ਯੂਰੀਆ ਜ਼ਮੀਨ 'ਚ ਚਲੀ ਜਾਂਦੀ ਹੈ। ਡਾ. ਸਮਰ ਸਿੰਘ ਨੇ ਦੱਸਿਆ ਕਿ ਇਸ ਨਾਲ ਨੈਨੋ ਯੂਰੀਆ ਦੀ ਢੁਆਈ ਦਾ ਕੰਮ ਆਸਾਨ ਹੋਵੇਗਾ ਅਤੇ ਇਸ ਨੂੰ ਖੇਤਾਂ ਤੱਕ ਲਿਜਾਣ ਲਈ ਟਰੈਕਟਰ ਟਰਾਲੀ ਦੀ ਜ਼ਰੂਰਤ ਵੀ ਨਹੀਂ ਪਵੇਗੀ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਅੱਜ ਇੱਕ ਪੱਤਰ ਜਾਰੀ ਕਰਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਤੋਂ ਜੀਰੀ ਲਾਉਣ ਸੰਬੰਧੀ ਮਤਿਆਂ ਬਾਰੇ ਵਿਸਥਾਰਤ ਰਿਪੋਰਟ ਤਲਬ ਕੀਤੀ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨਰ ਦੇ ਚੇਅਰਪਰਸਨ ਸ਼੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਅਧੀਨ ਆਉਂਦੇ ਪਿੰਡ ਨੋਰਾ ਦੀ ਗ੍ਰਾਮ ਪੰਚਾਇਤ ਅਤੇ ਸਰਪੰਚ ਵੱਲੋਂ ਇੱਕ ਮਤਾ ਪਾਸ ਕਰਕੇ ਜੀਰੀ ਅਤੇ ਝੋਨੇ ਦੀ ਲਗਾਈ ਸੰਬੰਧੀ ਮਜ਼ਦੂਰੀ ਤੈਅ ਕੀਤੀ ਗਈ ਅਤੇ ਫੈਸਲੇ ਦੀ ਉਲੰਘਣਾ ਕਰਨ ਤੇ 50,000 ਰੁਪਏ ਜੁਰਮਾਨਾ ਕਰਨ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਕਤ ਪੰਚਾਇਤ ਦਾ ਇਹ ਫੈਸਲਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ 11 ਜੂਨ ਨੂੰ ਜਾਰੀ ਹੁਕਮਾਂ ਦੇ ਉਲਟ ਹੈ। ਸ਼੍ਰੀਮਤੀ ਤੇਜਿੰਦਰ ਕੌਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਪਟਿਆਲਾ ਨੂੰ 7 ਜੁਲਾਈ ਨੂੰ ਸਬੰਧਤ ਉਪ ਮੰਡਲ ਅਧਿਕਾਰੀ ਰਾਹੀਂ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਪੰਜਾਬ ਦੇ ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਦੇ ਅਧੀਨ ਆਉਂਦੇ ਮੈਡੀਕਲ, ਡੈਂਟਲ ਤੇ ਨਰਸਿੰਗ ਕਾਲਜਾਂ ਅਤੇ ਸਕੂਲਾਂ ਵਿੱਚ 28 ਜੂਨ ਤੋਂ MBBS, BDS, BAMS ਅਤੇ ਹੋਰ ਪੈਰਾਮੈਡੀਕਲ ਕੋਰਸਾਂ ਦੀ ਪੜ੍ਹਾਈ ਸ਼ੁਰੂ ਕਰਨ ਦੇ ਹੁਕਮ ਦਿੱਤੇ ਨੇ। ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਚੰਡੀਗੜ੍ਹ 'ਚ ਦੱਸਿਆ ਕਿ ਵਿਭਾਗ ਵੱਲੋਂ ਇਹ ਫੈਸਲਾ ਅੱਜ ਕੋਰੋਨਾ ਦੇ ਦਿਨੋ-ਦਿਨ ਘਟ ਰਹੇ ਪ੍ਰਭਾਵ ਨੂੰ ਵੇਖਦਿਆਂ ਲਿਆ ਗਿਆ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਹੋਰ ਨੁਕਸਾਨ ਨਾ ਹੋਵੇ। ਮੰਤਰੀ ਨੇ ਦੱਸਿਆ ਕਿ ਕੋਰੋਨਾ ਬਿਮਾਰੀ ਦੀ ਦੂਸਰੀ ਲਹਿਰ ਦਾ ਟਾਕਰਾ ਕਰਨ ਲਈ ਵਿਭਾਗ ਅਧੀਨ ਆਉਂਦੇ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਦੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਨੇ ਪ੍ਰਸ਼ੰਸਾਯੋਗ ਕੰਮ ਕੀਤਾ ਹੈ, ਜਿਸ ਦੇ ਸਦਕਾ ਸੂਬਾ ਸਰਕਾਰ ਕੋਰੋਨਾ ਮਹਾਮਾਰੀ ਦਾ ਟਾਕਰਾ ਕਰਨ ਵਿੱਚ ਸਫਲ ਹੋਈ ਹੈ। ਲੁਧਿਆਣਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਪਲਸ ਪੋਲੀਓ ਮੁਹਿੰਮ ਦੇ 27 ਜੂਨ ਤੋਂ 1 ਜੁਲਾਈ ਤੱਕ ਚੱਲਣ ਵਾਲੇ ਉਪ ਕੌਮੀ ਟੀਕਾਕਰਨ ਗੇੜ ਨੂੰ ਸਫਲ ਬਣਾਉਣ ਲਈ ਲੋਕਾਂ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਦੇ ਇਸ ਗੇੜ ਦੌਰਾਨ 5 ਸਾਲ ਤੱਕ ਦੇ 1,63,162 ਬੱਚਿਆਂ ਨੂੰ ਪੋਲੀਓ ਦੀ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਦਿਨਾਂ ਦੌਰਾਨ 5 ਸਾਲ ਤੱਕ ਦੇ ਬੱਚਿਆਂ ਨੂੰ ਨੇੜਲੇ ਪੋਲੀਓ ਬੂਥਾਂ ਤੋਂ ਪੋਲੀਓ ਦਵਾਈ ਦੀਆਂ ਬੂੰਦਾਂ ਪਿਲਾਉਣ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਨਿਰਧਾਰਿਤ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਰੇ ਪ੍ਰਬੰਧ ਕੀਤੇ ਗਏ ਨੇ, ਜਿਸ ਲਈ ਸਿਹਤ ਵਿਭਾਗ ਨੇ ਕੁੱਲ 777 ਟੀਮਾਂ ਕਾਇਮ ਕੀਤੀਆਂ ਨੇ। ਆਖਰ 'ਚ ਖਾਸ ਖਬਰਾਂ ਇੱਕ ਵਾਰ ਫੇਰ। ਭਾਰਤ ਬਾਇਓਟੈਕ ਨੇ ਭਾਰਤੀ ਦਵਾ ਮਹਾਨਿਯੰਤਰਕ ਨੂੰ ਕੋਵੈਕਸੀਨ ਟੀਕੇ ਦੇ ਤੀਜੇ ਪੜਾਅ ਦੇ ਪਰੀਖਣ ਦਾ ਡਾਟਾ ਸੌਂਪ ਦਿੱਤਾ ਹੈ ਅਤੇ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਿਹਤ ਸੰਸਥਾਨਾਂ 'ਚ ਕੌਮੀ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਹੈਪੇਟਾਈਟਸ B ਦਾ ਮੁਫਤ ਇਲਾਜ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ठहरो, रुको, एक ही कर रहे हो। ਕੀ ਤੁਹਾਨੂੰ ਪਤਾ ਨਹੀਂ ਦੂਜਿਆਂ ਦੁਆਰਾ ਇਸਤੇਮਾਲ ਕੀਤੀ ਗਈ ਸੂਈ ਨਾਲ HIV ਦਾ ਸੰਕਰਮਣ ਹੋ ਸਕਦਾ ਹੈ। ਇਸੇ ਲਈ ਬਣੋ ਸਮਝਦਾਰ। ਨਵੀਂ ਸੂਈ ਸਿਰਿੰਜ ਹਰ ਵਾਰ
क्योंकि ਇਹ ਹੈ ਬਚਾਵ ਦਾ ਹਥਿਆਰ। ਆਪਣੇ ਲਈ ਹਰ ਵਾਰ ਆਪਣੇ ਸਾਹਮਣੇ ਹੀ ਸੂਈ ਦਾ ਨਵਾਂ ਪੈਕ ਖੁਲਵਾਓ। ਨਾਲ ਹੀ ਯਾਰਾਂ ਦੋਸਤਾਂ ਨਾਲ ਨਸ਼ੀਲੇ ਪਦਾਰਥਾਂ ਦਾ ਸੇਵਨ ਨਾ ਕਰੋ ਤੇ ਜਿੰਨਾ ਹੋ ਸਕੇ ਇਹਤਿਆਤ ਵਰਤੋ। ਵਧੇਰੀ ਜਾਣਕਾਰੀ ਲਈ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਵੱਲੋਂ ਜਨ ਹਿੱਤ ਵਿੱਚ ਜਾਰੀ।